ਐਡ ਦੀ ਤੁਸੀਂ ਗੱਲ ਕੀਤੀ, ਐਡ ਤਾਂ ਤੁਸੀਂ ਵੀ ਬਹੁਤ ਕਰਦੇ ਹੋ। ਪੂਰਾ ਲੁਧਿਆਣਾ ਤੁਸੀਂ ਬੋਰਡਸ ਨਾਲ ਭਰਿਆ ਪਿਆ। ਜੋ ਦੁਨੀਆ ਜਹਾਨ 'ਚ ਕਿਸੇ ਦਾ ਵੀ ਬਿਜ਼ਨਸ ਆ, ਕਿਸੇ ਨੇ ਆਪਦੇ ਕਲਾਇੰਟ ਤੱਕ ਨੂੰ ਅਪਰੋਚ ਕਰਨੀ, ਉਹਨੂੰ ਐਡਵਰਟੀਜ਼ਮੈਂਟ ਤਾਂ ਕਰਨੀ ਪਏਗੀ, ਉਹਨੂੰ ਦੱਸਣਾ ਪਏਗਾ ਵੀ ਹਾਂ ਅਸੀਂ ਐਗਜ਼ਿਸਟ ਕਰਦੇ ਹਾਂ। ਤੁਹਾਡੇ ਚਾਰजेस ਕਿੰਨੇ ਕੁ ਨੇ? ਅਸੀਂ ਆਫਟਰ ਵੀਜ਼ਾ ਲੈਂਦੇ ਹਾਂ 50,000। 50,000 ਕੁਝ ਜ਼ਿਆਦਾ ਹੀ ਨਹੀਂ। ਕਈ ਕੰਸਲਟੈਂਟ ਤਾਂ ਫੀਸ ਹੀ ਨਹੀਂ ਲੈਂਦੇ। ਦੇਖੋ ਆਡੀ ਤੇ ਮਰੂਤੀ 'ਚ ਫਰਕ ਹੁੰਦਾ। 10-10 ਸਾਲ ਦੇ ਗੈਪ ਦੇ ਨਾਲ ਯੂਕੇ 'ਚ ਵੀਜ਼ਾ ਲਵਾਏ ਆ, ਕੈਨੇਡਾ ਵੀਜ਼ਾ ਲਵਾਇਆ। 32-32 35-35 ਸਾਲ ਦੀ ਉਮਰ 'ਚ ਸਟੂਡੈਂਟਸ ਨੂੰ ਸਟੂਡੈਂਟ ਵੀਜ਼ਾ ਤੇ ਅਸੀਂ ਕੈਨੇਡਾ ਯੂਕੇ ਅਸੀਂ ਭੇਜ ਰਹੇ ਹਾਂ। ਸੋ ਜੋ ਆਪਦੀ ਮਿਹਨਤ ਹੈ ਉਹ ਤਾਂ ਅਸੀਂ ਚਾਰਜ ਕਰਾਂਗੇ। ਕੈਨੇਡਾ ਵਰਗੀਆਂ ਕੰਟਰੀਆਂ ਨੇ $2,000 ਸਟੂਡੈਂਟਸ ਨੂੰ ਦਿੱਤਾ ਵੀ ਉਹ ਘਰ ਬੈਠੇ ਆ, ਤੇ ਇੱਥੇ ਕੁਝ ਕਾਲੇ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਸਿਰ ਤੇ ਮੜੇ ਗਏ ਹਿੰਦੁਸਤਾਨ 'ਚ। ਤੋਂ ਇੱਥੋਂ ਦਾ ਜਿਹੜਾ ਯੂਥ ਆ ਉਹ ਤਾਂ ਨਿਰਾਸ਼ ਹੋਊਗਾ ਨਾ। ਜਿੱਥੇ ਕਰੋਨਾ ਕਾਲ 'ਚ ਕਿੱਥੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ ਸਰਕਾਰ ਨੂੰ, ਕਿੱਥੇ ਉਹਨਾਂ ਦੇ ਰੁਜ਼ਗਾਰ ਖੋਹਣ ਦੀ ਅੱਜ ਕੋਸ਼ਿਸ਼ ਹੋ ਰਹੀ ਹੈ। ਸੋ ਇਸ ਕਰਕੇ ਯੂਥ ਅਨੋਇਡ ਆ। ਯੂਥ ਇਸ ਕੰਟਰੀ ਦੇ ਵਿੱਚ ਪੰਜਾਬ 'ਚ ਤਾਂ ਹੀ ਨਹੀਂ ਰਹਿਣਾ ਚਾਹੁੰਦਾ, ਤਾਂ ਹੀ ਯੂਥ ਦਾ ਰੁਝਾਨ ਜਿਹੜਾ ਉਹ ਬਾਹਰ ਵੱਲ ਹੁਣ ਜ਼ਿਆਦਾ ਵਧਿਆ ਆ। ਕੈਨੇਡਾ ਬੱਚਾ 3 ਤੋਂ 4 ਲੱਖ ਦੇ ਵਿੱਚ ਵਿਦ ਕਾਲਜ ਫੀਸ ਵੀ ਜਾ ਸਕਦਾ ਆ। ਦੂਜੇ ਪਾਸੇ ਉਸੇ ਬੱਚੇ ਦਾ 12 ਤੋਂ 13 ਲੱਖ ਖਰਚਾ ਵੀ ਆਉਂਦਾ ਹੈ। ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ, 2 ਤਰ੍ਹਾਂ ਦੇ ਪ੍ਰੋਸੈਸ ਨੇ। ਤੁਸੀਂ ਕਹਿ ਰਹੇ ਹੋ ਵੀ 3 ਤੋਂ 4 ਲੱਖ 'ਚ ਭੇਜਿਆ ਜਾ ਸਕਦਾ ਬੱਚਾ ਬਾਹਰ। ਤੁਸੀਂ ਕੋਈ ਵੀ ਵੀਜ਼ਾ ਲਵਾਇਆ? ਕਿਉਂਕਿ ਤੁਹਾਡੇ ਸਾਥੀ ਕਹਿ ਰਹੇ ਆ ਵੀ ਇਹ ਹੋ ਹੀ ਨਹੀਂ ਸਕਦਾ, ਵੀ ਹਵਾਈ ਗੱਲਾਂ ਹੋ ਰਹੀਆਂ ਬਸ। ਵੀ ਬੱਚੇ ਅੱਜ ਦੇ ਨਹੀਂ, ਅਸੀਂ 2014 ਤੋਂ ਜਿਹੜੇ ਕੈਨੇਡਾ ਬੱਚੇ ਆ ਉਹ 3 ਤੋਂ 4 ਲੱਖ ਦੇ ਖਰਚੇ 'ਚ ਭੇਜ ਰਹੇ ਆ ਵਿਦ ਸਮੈਸਟਰ ਫੀਸ। ਕਿ ਯੂਕੇ ਦੇ ਦਰਵਾਜ਼ੇ ਬੰਦ ਨੇ ਕਿ ਖੁੱਲੇ ਨੇ? 15-15 ਲੱਖ ਵੀ ਬੱਚਿਆਂ ਕੋਲ ਲਿਆ ਜਾ ਰਿਹਾ। ਹੁਣ ਕੀ ਹਿਸਾਬ ਹੈ? ਬੱਚਿਆਂ ਨੂੰ ਨਹੀਂ ਸਮਝ ਆ ਰਿਹਾ ਇਸ ਸਮੇਂ। 6 ਲੱਖ ਫੀਸ ਭਰਦੇ ਆ, ਕੋਈ 5,90,000 80,90,000 ਰੁਪਇਆ ਫੀਸ ਬਣਦੀ ਆ। 32,000 ਰੁਪਏ ਆਉਂਦੀ ਅੰਬੈਸੀ ਫੀਸ ਬਣਦੀ ਹੈ। 60 ਤੋਂ 65,000 ਰੁਪਇਆ ਆਉਂਦਾ ਮੈਡੀਕਲ ਇੰਸ਼ੋਰੈਂਸ ਦਾ ਲੱਗਦਾ। ਇਸ ਤੋਂ ਇਲਾਵਾ ਕੋਈ ਬੱਚੇ ਦਾ ਖਰਚਾ ਹੀ ਹੈ ਨਹੀਂ, ਤੇ ਸਾਰਾ ਮਿਲਾ ਕੇ 7 ਤੋਂ 7.5 ਲੱਖ ਰੁਪਇਆ ਬਣਦਾ, ਤੇ ਬੱਚੇ ਤੋਂ 15-15 ਲੱਖ ਚਾਰਜ ਕਰੀ ਜਾਂਦੇ ਆ। ਉਸ ਅਵਜ ਵਿੱਚ ਵੀ ਬੱਚੇ ਦੀ 3,000 ਪਾਉਂਡ ਫੀਸ ਭਰ ਕੇ ਵੀ ਉਹਦੇ ਤੋਂ 15 ਲੱਖ ਲਿਆ ਜਾਂਦਾ ਹੈ। ਵੀਜ਼ਾ ਆਉਣਾ ਬੱਚੇ ਦੇ ਪ੍ਰੋਫਾਈਲ ਤੇ ਆ। ਵੀਜ਼ੇ ਅੰਬੈਸੀ 'ਚ ਕਿਸੇ ਵੀ ਕੰਸਲਟੈਂਟ ਮੇਰੇ ਭਰਾ ਦੀ ਕਿਸੇ ਦੀ ਵੀ ਸੈਟਿੰਗ ਨਹੀਂ ਹੈਗੀ। ਨਵੀਂ ਇੱਕ ਲਿਸਟ ਆ ਰਹੀ ਹੈ ਵੀ ਲਿਸਟ 'ਚ ਸਾਡਾ ਕਾਲਜ ਨਹੀਂ ਆਇਆ। ਬੱਚੇ ਬਹੁਤ ਪਰੇਸ਼ਾਨ ਚੱਲ ਰਹੇ ਆ, ਇਸ ਬਾਰੇ ਉਹਨਾਂ ਨੂੰ ਜਾਣਕਾਰੀ ਦਿਓ ਵੀ ਲਿਸਟ 'ਚ ਕਿਉਂ ਨਹੀਂ ਉਹਨਾਂ ਦੇ ਕਾਲਜਸ ਦੇ ਨਾਮ ਆ ਰਹੇ। ਹਰ ਰੋਜ਼ ਉੱਥੋਂ ਦੀ ਗਵਰਨਮੈਂਟ ਜਿਹੜਾ ਆ ਇੰਸਪੈਕਸ਼ਨਸ ਨਹੀਂ ਕਰਦੀ ਪਈ। ਸੋ ਹਰ ਮੰਥ ਦੀਆਂ ਇੱਕ ਡੇਟਸ ਨੇ, ਪਰਟੀਕੂਲਰ ਡੇਟ ਤੇ ਇੰਸਪੈਕਸ਼ਨ ਹੁੰਦੀ, ਉਸ ਤੋਂ ਬਾਅਦ ਹੀ ਜਿਹੜੀ ਲਿਸਟ ਉਹ ਰਿਵਾਈਜ਼ ਹੋਊਗੀ। ਸੋ ਮੈਨੂੰ ਉਮੀਦ ਹੈ ਵੀ ਬਹੁਤ ਕਾਲਜਸ ਨੇ ਜਿਹੜੇ ਜਨਵਰੀ ਤੱਕ ਇਸ ਲਿਸਟ ਦੇ ਵਿੱਚ ਆ ਜਾਣਗੇ। ਪੰਜਾਬ 'ਚ ਕਿਸਾਨੀ ਅੰਦੋਲਨ ਜਾਰੀ ਹੈ, ਜਿਸ ਕਰਕੇ ਨੌਜਵਾਨਾਂ ਦਾ ਰੁਝਾਨ ਇੱਕ ਵਾਰੀ ਫੇਰ ਬਾਹਰ ਜਾਣ ਦਾ ਹੋ ਗਿਆ। ਉਹ ਫੇਰ ਸੋਚਣ ਲੱਗ ਗਿਆ ਵੀ ਅਸੀਂ ਕੈਨੇਡਾ ਜਾਂ ਇੰਗਲੈਂਡ ਜਾ ਕੇ ਆਪਣੀ ਪੜ੍ਹਾਈ ਕਰੀਏ, ਕਿਉਂਕਿ ਇੱਥੇ ਉਹਨਾਂ ਦੀ ਜਿਹੜੀ ਖੇਤੀ ਹੈ ਉਹਦਾ ਮੁੱਲ ਨਹੀਂ ਮਿਲ ਪਾ ਰਿਹਾ। ਹੋਰ ਵੀ ਕੰਮ ਉਹਨਾਂ ਨੂੰ ਨਵੇਂ ਖੋਲ੍ਹਣ 'ਚ ਕਾਫੀ ਔਖਾਈ ਹੋ ਰਹੀ ਹੈ। ਅਤੇ ਸੈਪਟੰਬਰ ਵਿੱਚ ਜਿਵੇਂ ਬੱਚਿਆਂ ਦੀ AIPs ਆ ਰਹੀ ਸੀ, ਉਸ ਕਰਕੇ ਉਹ ਕਾਫੀ ਕਨਫਿਊਜ਼ਡ ਲੱਗ ਰਹੇ ਸੀ ਵੀ ਉਹ ਬਾਹਰ ਜਾਣ ਕਿ ਨਾ ਜਾਣ। ਪਰ ਹੁਣ ਜੈਨ ਵਾਸਤੇ ਨਵੀਆਂ ਐਪਲੀਕੇਸ਼ਨਸ ਆਉਣੀਆਂ ਸ਼ੁਰੂ ਹੋ ਗਈਆਂ ਬੱਚਿਆਂ ਦੀਆਂ। ਅਤੇ ਇਸ 'ਤੇ ਸਾਡੇ ਨਾਲ ਗੱਲਬਾਤ ਕਰਨ ਲਈ ਮਨਦੀਰ ਬਜਾਜ ਫਲਾਈ ਰਾਈਟ ਤੋਂ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮਨਦੀਰ ਬਜਾਜ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹ ਹੈ ਵੀ ਰੁਝਾਨ 'ਚ ਕਿੰਨਾ ਕੁ ਫਰਕ ਪਿਆ? ਸੈਪਟੰਬਰ ਦੀ ਗੱਲ ਕਰੀਏ, ਜਨਵਰੀ ਦੀ ਗੱਲ ਕਰੀਏ, ਕਿੰਨਾ ਕੁ ਰੁਝਾਨ 'ਚ ਹੁਣ ਫਰਕ ਹੈ? ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੁਝਾਨ 'ਚ ਫਰਕ ਤਾਂ ਇੱਦਾਂ ਹੈ ਜੀ, ਮਾਰਚ 'ਚ ਲੋਕਡਾਊਨ ਲੱਗਿਆ। ਮਾਰਚ ਜਦੋਂ ਲੋਕਡਾਊਨ ਲੱਗਿਆ ਉਦੋਂ ਬਾਅਦ ਆਇਲਸ ਇੰਸਟੀਚਿਊਟ ਬੰਦ ਹੋ ਗਏ। ਮੇਨ ਜਦੋਂ ਬੱਚੇ ਨੇ ਸਟੂਡੈਂਟ ਵੀਜ਼ਾ ਤੇ ਜਾਣਾ ਹੈ ਜਾਂ PR 'ਚ ਜਾਣਾ ਹੈ, ਮੋਸਟ ਆਫ ਦੀ ਕੇਸਿਸ ਦੇ ਵਿੱਚ ਬੱਚੇ ਨੂੰ ਆਇਲਸ ਰਿਕਵਾਇਰਡ ਆ। ਇਹ ਨਹੀਂ ਵੀ ਵਿਦਾਊਟ ਆਇਲਸ ਵੀਜ਼ਾਸ ਨਹੀਂ ਲੱਗਦੇ, ਵਿਦਾਊਟ ਆਇਲਸ ਵੀ ਵੀਜ਼ਾਸ ਲੱਗਦੇ, ਲੇਕਿਨ ਮੋਸਟ ਆਫ ਦੀ ਜਿਹੜੇ ਕੋਰਸਿਸ ਨੇ ਜਾਂ ਕਾਲਜਿਸ ਨੇ ਉੱਥੇ ਆਇਲਸ ਰਿਕਵਾਇਰਡ ਆ। ਮਾਰਚ ਤੋਂ ਸਤੰਬਰ ਅਕਤੂਬਰ ਤੱਕ ਆਇਲਸ ਬੰਦ ਸੀ। ਹੁਣ ਆਇਲਸ ਸ਼ੁਰੂ ਹੋਈ ਹੈ। ਜਿਵੇਂ ਆਇਲਸ ਸ਼ੁਰੂ ਹੋਈ, ਬੱਚਿਆਂ ਦੇ ਪੇਪਰ ਆਇਲਸ ਦੇ ਸ਼ੁਰੂ ਹੋਏ, ਆਇਲਸ ਦੇ ਰਿਜ਼ਲਟ ਆਉਣੇ ਸ਼ੁਰੂ ਹੋਏ ਆ। ਸੋ ਰੁਝਾਨ ਜਿਹੜੇ ਆ ਉਹ ਜ਼ਿਆਦਾ ਵਧੇ ਆ ਬੱਚਿਆਂ ਦੇ ਬਾਹਰ ਜਾਣ ਲਈ। ਇੱਕ ਬੱਚੇ ਨੇ ਜੇ ਬਾਹਰ ਜਾਣਾ ਤਾਂ ਕਿੰਨਾ ਉਹ ਖਰਚਾ ਆ ਜਾਂਦਾ? ਦੇਖੋ ਇਹ ਡਿਪੈਂਡ ਕਰਦਾ, ਇਹ ਕਰਦਾ ਕੰਟਰੀ ਟੂ ਕੰਟਰੀ ਡਿਪੈਂਡ ਕਰਦਾ, ਬੱਚੇ ਦੇ ਪ੍ਰੋਸੈਸ 'ਤੇ ਡਿਪੈਂਡ ਕਰਦਾ। ਮੰਨ ਲਓ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਕੈਨੇਡਾ ਦੀ। ਕੈਨੇਡਾ ਬੱਚਾ 3 ਤੋਂ 4 ਲੱਖ ਦੇ ਵਿੱਚ ਵਿਦ ਕਾਲਜ ਫੀਸ ਵੀ ਜਾ ਸਕਦਾ ਆ। ਦੂਜੇ ਪਾਸੇ ਉਸੇ ਬੱਚੇ ਦਾ 12 ਤੋਂ 13 ਲੱਖ ਖਰਚਾ ਵੀ ਆਉਂਦਾ ਹੈ। ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ, 2 ਤਰ੍ਹਾਂ ਦੇ ਪ੍ਰੋਸੈਸ ਨੇ। ਇੱਕ ਤਾਂ ਹੈਗਾ ਸਟੂਡੈਂਟ ਡਾਇਰੈਕਟ ਸਟਰੀਮ, ਇੱਕ ਉਹਨਾਂ ਨੇ ਕਿਹਾ SDS। ਉਹਦੇ 'ਚ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਆ
ਜੇ ਤੁਸੀਂ 12th ਕੀਤੀ ਤੁਹਾਡੇ 6 ਈਚ ਬੈਂਡ ਨੇ। ਜੇ ਤੁਸੀਂ ਗ੍ਰੈਜੂਏਟ ਹੋ ਤੁਹਾਡੇ 6.5 ਨਾਟ ਲੈਸ ਦੈਨ 6 ਬੈਂਡ ਨੇ। ਤੁਹਾਨੂੰ 1 ਸਾਲ ਦੀ ਫੀਸ ਭਰਨੀ ਪਊਗੀ, ਆਪਣਾ GIC ਕਰਾਉਣਾ ਪਊਗਾ, ਤੁਸੀਂ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ। ਜੇ ਤੁਹਾਡੇ ਇਹ ਜਿਹੜੀਆਂ ਸ਼ਰਤਾਂ ਨੇ 6.5 ਨਾਟ ਲੈਸ ਦੈਨ 6 ਰੀਸੈਂਟ ਪਾਸ ਆਊਟ ਦੀਆਂ ਸ਼ਰਤਾਂ ਤੁਸੀਂ ਪੂਰੀਆਂ ਨਹੀਂ ਕਰਦੇ, ਤੁਸੀਂ ਨੌਨ SGS 'ਚ ਅਪਲਾਈ ਕਰੋਗੇ। ਉੱਥੇ ਕਿਤੇ ਵੀ ਨਹੀਂ ਲਿਖਿਆ ਵੀ GIC ਮੈਂਡੇਟਰੀ ਹੈ ਜਾਂ 1 ਸਾਲ ਦੀ ਫੀਸ ਮੈਂਡੇਟਰੀ ਹੈ। ਕਈ ਕਾਲਜਸ ਨੇ ਜਿੱਥੇ ਤੁਸੀਂ ਵੀਜ਼ਾ ਲੈਣ ਤੋਂ ਬਾਅਦ ਵੀ ਫੀਸ ਭਰ ਸਕਦੇ ਹੋ, ਜਿੱਥੇ ਤੁਸੀਂ 1 ਸਮੈਸਟਰ ਦੀ ਫੀਸ ਭਰ ਕੇ ਵੀ ਵਿਦਆਊਟ GIC ਵੀ ਜਾ ਸਕਦੇ ਹੋ, ਬਸ਼ਰਤਾ ਤੁਹਾਡੇ ਕੋਲੇ ਪ੍ਰੂਫ ਹੋਵੇ ਵੀ ਤੁਹਾਡਾ ਬੱਚਾ ਉੱਥੇ ਜਾ ਕੇ ਆਪਦਾ ਬੋਰਡਿੰਗ ਲੌਜਿੰਗ ਆਪਣਾ ਪੜ੍ਹਾਈ ਲਿਖਾਈ ਰਹਿਣਾ ਸਹਿਣਾ ਸਾਰਾ ਤੁਸੀਂ ਅਫੋਰਡ ਕਰਦੇ ਹੋ ਆਪਦੇ ਬੱਚੇ ਨੂੰ ਭੇਜਣਾ, ਤੇ ਤੁਸੀਂ ਵੀਜ਼ਾ ਲੈ ਸਕਦੇ ਹੋ ਕੈਨੇਡਾ ਦਾ। ਤੁਸੀਂ ਕਹਿ ਰਹੇ ਹੋ ਵੀ 3 ਤੋਂ 4 ਲੱਖ 'ਚ ਭੇਜਿਆ ਜਾ ਸਕਦਾ ਬੱਚਾ ਬਾਹਰ, ਤੁਸੀਂ ਕੋਈ ਵੀ ਵੀਜ਼ਾ ਲਵਾਇਆ? ਕਿਉਂਕਿ ਤੁਹਾਡੇ ਸਾਥੀ ਕਹਿ ਰਹੇ ਆ ਵੀ ਇਹ ਹੋ ਹੀ ਨਹੀਂ ਸਕਦਾ, ਵੀ ਹਵਾਈ ਗੱਲਾਂ ਹੋ ਰਹੀਆਂ ਬਸ। ਦੇਖੋ, ਕਿਸੇ ਨੇ ਵੀ ਇਹ ਗੱਲ ਡਿਨਾਈ ਨਹੀਂ ਕੀਤੀ ਵੀ 4 ਤੋਂ 5 ਲੱਖ 'ਚ ਬੱਚਾ ਨਹੀਂ ਜਾ ਸਕਦਾ। ਪ੍ਰੂਫ ਸਾਡੇ ਫੇਸਬੁੱਕ ਪੇਜ ਜਾਂ ਇੰਸਟਾਗ੍ਰਾਮ ਪੇਜ ਤੁਸੀਂ ਫਲਾਈਰਾਈਟ ਵੀਜ਼ਾ ਕੰਸਲਟੈਂਟ ਤੇ ਜਦੋਂ ਜਾਓਗੇ ਤਾਂ ਟੈਸਟੀਮੋਨੀਅਲਸ ਨੇ ਵੀ ਬੱਚੇ ਅੱਜ ਦੇ ਨਹੀਂ, ਅਸੀਂ 2014 ਤੋਂ ਜਿਹੜੇ ਕੈਨੇਡਾ ਬੱਚੇ ਆ ਉਹ 3 ਤੋਂ 4 ਲੱਖ ਦੇ ਖਰਚੇ 'ਚ ਭੇਜ ਰਹੇ ਆ ਵਿਦ ਸਮੈਸਟਰ ਫੀਸ। 3 ਤੋਂ 4 ਲੱਖ ਹੈ ਵੀ ਤਾਂ ਕਿਹਾ ਜਾਂਦਾ ਹੈ ਵੀ ਉਹ ਤੁਹਾਡੇ ਨਾਲ ਰਿਲੇਟ ਕਰਦੇ ਹੀ ਤੁਹਾਡਾ ਉਹਨਾਂ ਨਾਲ ਲਿੰਕ ਹੁੰਦਾ, ਉਹ ਪ੍ਰਾਈਵੇਟ ਕਾਲਜਸ ਹੁੰਦੇ ਆ, ਸਰਕਾਰੀ ਨਹੀਂ ਹੁੰਦੇ। ਦੇਖੋ, ਉਹ ਬੱਚੇ ਦੀ ਐਲੀਜੀਬਿਲਿਟੀ ਤੇ ਆ। ਜੇ ਬੱਚੇ ਦੀ ਐਲੀਜੀਬਿਲਿਟੀ ਪ੍ਰਾਈਵੇਟ ਕਾਲਜ ਦੀ ਬਣਦੀ ਹੈ ਤਾਂ ਉਹਨੂੰ ਪ੍ਰਾਈਵੇਟ ਕਾਲਜ 'ਚ ਹੀ ਜਾਊਗਾ, ਉਹਨੂੰ ਸਰਕਾਰੀ ਕਾਲਜ 'ਚ ਕਿਵੇਂ ਜਾ ਸਕਦਾ ਉਹ? ਜਦੋਂ ਐਲੀਜੀਬਿਲਿਟੀ ਹੀ ਸਰਕਾਰੀ ਕਾਲਜ ਦੀ ਬੱਚੇ ਦੀ ਨਹੀਂ ਬਣੇਗੀ ਤਾਂ ਉਹਨੂੰ ਅਸੀਂ ਸਰਕਾਰੀ ਕਾਲਜ ਦੇ ਵਿੱਚ ਉਹਦਾ ਵੀਜ਼ਾ ਕਿਵੇਂ ਅਪਲਾਈ ਕਰ ਸਕਦੇ ਹਾਂ? ਹੁਣ ਇੱਕ ਹੋਰ ਗੱਲ ਦੱਸੋ, ਜਿਵੇਂ ਸਤੰਬਰ ਵਿੱਚ AIPs ਆਈਆਂ, ਨਵੀਂ ਇੱਕ ਲਿਸਟ ਆ ਰਹੀ ਹੈ ਵੀ ਲਿਸਟ 'ਚ ਸਾਡਾ ਕਾਲਜ ਨਹੀਂ ਆਇਆ, ਬੱਚੇ ਬਹੁਤ ਪਰੇਸ਼ਾਨ ਚੱਲ ਰਹੇ ਆ, ਇਸ ਬਾਰੇ ਉਹਨਾਂ ਨੂੰ ਜਾਣਕਾਰੀ ਦਿਓ ਵੀ ਲਿਸਟ 'ਚ ਕਿਉਂ ਨਹੀਂ ਉਹਨਾਂ ਦੇ ਕਾਲਜਸ ਦੇ ਨਾਮ ਆ ਰਹੇ। ਦੇਖੋ, ਉਹਨੂੰ ਕਹਿੰਦੇ COVID-19 ਰੈਡੀਨੈਸ ਲਿਸਟ। ਉਹਦੇ 'ਚ ਕੀ ਆ ਵੀ ਗਾਈਡਲਾਈਨਸ ਕੈਨੇਡੀਅਨ ਗਵਰਨਮੈਂਟ ਨੇ ਇੰਸਟੀਚਿਊਟਸ ਵਾਸਤੇ, ਕਾਲਜਸ ਯੂਨੀਵਰਸਿਟੀਜ਼ ਵਾਸਤੇ ਗਾਈਡਲਾਈਨਸ ਤਿਆਰ ਕੀਤੀਆਂ ਨੇ ਵੀ ਤੁਸੀਂ ਕਰੋਨਾ ਪ੍ਰੋਟੈਕਸ਼ਨ ਲਈ ਇਹ ਗਾਈਡਲਾਈਨਸ ਨੂੰ ਫੋਲੋ ਕਰਨਾ ਆ। ਸੋ ਉਹਦੇ ਅਧੀਨ ਕੀ ਹੁੰਦਾ ਹੈ ਵੀ ਉੱਥੋਂ ਗਵਰਨਮੈਂਟ ਦੀ ਇੱਕ ਬੋਡੀ ਕਾਲਜਸ ਯੂਨੀਵਰਸਿਟੀ ਦੀ ਇੰਸਪੈਕਸ਼ਨ ਕਰਦੀ ਹੈ। ਹੁਣ ਜਿਨ੍ਹਾਂ ਦੀ ਇੰਸਪੈਕਸ਼ਨ ਹੋ ਗਈ, ਜਿਹੜੇ ਕਲੀਅਰ ਹੋ ਗਏ, ਉਹਨਾਂ ਦਾ ਵੈਬਸਾਈਟ ਦੇ ਨਾਮ ਆ ਗਿਆ। ਜਿਨ੍ਹਾਂ 'ਚ ਕੁਝ ਕਮੀਆਂ ਸੀ ਉਹਨਾਂ ਨੂੰ ਸੁਧਾਰ ਲਈ ਕਿਹਾ, ਉਹਨਾਂ ਦੀ ਦੁਬਾਰਾ ਜਿਹੜੀ ਸਾਰੀ ਅਸੈਸਮੈਂਟ ਹੋਣੀ ਆ, ਉਹਦੇ ਅਕੋਰਡਿੰਗ ਹਰ ਮਹੀਨੇ ਇਹ ਲਿਸਟ ਅਪਡੇਟ ਹੋਣੀ ਹੈ। ਕੋਈ ਵੀ ਕਾਲਜ ਜਾਂ ਯੂਨੀਵਰਸਿਟੀ ਇਹ ਨਹੀਂ ਚਾਹੁੰਦਾ ਵੀ ਸਾਡੇ ਕੋਲ ਇੰਟਰਨੈਸ਼ਨਲ ਬੱਚਾ ਨਾ ਆਵੇ ਜਿਨ੍ਹਾਂ ਕੋਲ DLI ਨੰਬਰ ਆ। ਸੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਬੁਲਾਉਣ ਵਾਸਤੇ ਉਹਨਾਂ ਨੂੰ ਉਹ ਪ੍ਰੀਕਾਸ਼ਨਸ ਲੈਣੇ ਪੈਣਗੇ। ਸੋ ਹਰ ਰੋਜ਼ ਉੱਥੋਂ ਦੀ ਗਵਰਨਮੈਂਟ ਜਿਹੜਾ ਆ ਇਹ ਇੰਸਪੈਕਸ਼ਨਸ ਨਹੀਂ ਕਰਦੀ ਪਈ। ਸੋ ਹਰ ਮੰਥ ਦੀਆਂ ਇੱਕ ਡੇਟਸ ਨੇ, ਪਾਰਟੀਕੂਲਰ ਡੇਟ 'ਤੇ ਇੰਸਪੈਕਸ਼ਨ ਹੁੰਦੀ, ਉਸ ਤੋਂ ਬਾਅਦ ਹੀ ਜਿਹੜੀ ਲਿਸਟ ਉਹ ਰਿਵਾਈਜ਼ ਹੋਊਗੀ। ਸੋ ਮੈਨੂੰ ਉਮੀਦ ਹੈ ਵੀ ਬਹੁਤ ਕਾਲਜਸ ਨੇ ਜਿਹੜੇ ਜਨਵਰੀ ਤੱਕ ਇਸ ਲਿਸਟ ਦੇ ਵਿੱਚ ਆ ਜਾਣਗੇ। ਇੱਕ ਹੋਰ ਗੱਲ ਕਹਿਣੀ ਚਾਹਾਂਗਾ, UK ਨੂੰ ਸਾਰੇ ਬਹੁਤ ਪ੍ਰਮੋਟ ਕਰ ਰਹੇ ਸੀ, ਹੁਣ UK ਦਾ ਕੀ ਬਣਿਆ? ਦੇਖੋ, UK ਇਜ਼ ਦਾ ਓਨਲੀ ਕੰਟਰੀ ਅੱਜ ਦੀ ਡੇਟ 'ਚ ਜਿੱਥੇ ਬੱਚਾ ਟਰੈਵਲ ਕਰਦਾ ਪਿਆ ਆ। ਹਰ ਇੱਕ ਯੂਨੀਵਰਸਿਟੀ ਦੇ ਵਿੱਚ ਬੱਚਾ ਉੱਥੇ ਟਰੈਵਲ ਕਰਦਾ ਪਿਆ। ਸੋ ਇਸ ਕਰਕੇ ਦੇਖੋ, ਆਪਣੇ ਸਟੂਡੈਂਟਸ ਨੂੰ ਕਿਸੇ ਨੇ ਵੀ ਆਨਲਾਈਨ ਪੜ੍ਹਾਈ 'ਚ ਇੰਟਰਸਟਿਡ ਨਹੀਂ ਹੈਗਾ। ਕੋਈ ਵੀ ਸਟੂਡੈਂਟ ਨਹੀਂ ਕਹਿੰਦਾ ਵੀ ਮੈਂ ਕੈਨੇਡਾ ਦੀ ਆਨਲਾਈਨ ਪੜ੍ਹਾਈ ਇੱਥੇ ਰਹਿ ਕੇ ਕਰਾਂ। ਹਰ ਬੱਚਾ ਉੱਥੇ ਸੈਟਲ ਹੋਣਾ ਚਾਹੁੰਦਾ ਵੀ ਮੈਂ ਫਲਾਣੀ ਕੰਟਰੀ ਦੇ ਵਿੱਚ ਜਾ ਕੇ ਟਰੈਵਲ ਕਰਾਂ, ਉੱਥੇ ਜਾ ਕੇ ਆਪਣੀ ਪੜ੍ਹਾਈ ਕੰਪਲੀਟ ਕਰਾਂ, ਵਰਕ ਪਰਮਿਟ ਕੰਪਲੀਟ ਕਰਾਂ, PR ਲਵਾਂ, ਉੱਥੇ ਸੈਟਲ ਹੋਵਾਂ। ਸੋ ਇਹ ਮੇਨਲੀ ਰੀਜ਼ਨ ਸੀ ਵੀ UK ਨੇ ਟਰੈਵਲ ਸਾਰਿਆਂ ਨਾਲੋਂ ਪਹਿਲਾਂ ਓਪਨ ਕੀਤਾ। ਸੋ ਬੱਚਿਆਂ ਦਾ ਜੋ ਜ਼ਿਆਦਾ ਰੁਝਾਨ ਸੀ ਉਹ UK ਵੱਲ ਸੀ। ਹੁਣ ਕੀ ਮੈਨੂੰ ਉਹੀ ਸਵਾਲ ਦਾ ਹਜੇ ਜਵਾਬ ਨਹੀਂ ਮਿਲਿਆ ਕਿ UK ਦੇ ਦਰਵਾਜ਼ੇ ਬੰਦ ਨੇ ਕਿ ਖੁੱਲ੍ਹੇ ਨੇ? 15-15 ਲੱਖ ਵੀ ਬੱਚਿਆਂ ਕੋਲ ਲਿਆ ਜਾ ਰਿਹਾ, ਹੁਣ ਕੀ ਹਿਸਾਬ ਹੈ? ਬੱਚਿਆਂ ਨੂੰ ਨਹੀਂ ਸਮਝ ਆ ਰਿਹਾ ਇਸ ਸਮੇਂ। ਦੇਖੋ, ਇੱਕ ਸਾਡੀ ਇੰਡਸਟਰੀ ਚੱਲਦਾ ਆ ਵੀ ਇੱਥੇ ਵੀਜ਼ਾ ਲੱਗਣ ਤੋਂ ਬਾਅਦ ਇੱਕ ਐਡਵਰਟੀਜ਼ਮੈਂਟ ਜਿਹੜੀ ਆ ਉਹ ਬਹੁਤ ਵੱਡੀ ਚੀਜ਼ ਆ। ਉਹਦੇ ਕਹਿੰਦੇ ਵੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਪਰ ਸਾਰੇ ਪੈਸੇ ਕਿੰਨੇ? ਜੋ ਬੱਚੇ ਦਾ ਐਕਚੁਅਲ ਖਰਚਾ ਆ ਉਹਦੇ ਤੋਂ 5 ਤੋਂ 7 ਲੱਖ ਰੁਪਈਆ ਜ਼ਿਆਦਾ। ਪਹਿਲਾਂ ਕੈਨੇਡਾ ਵਾਰੀ ਵੀ ਮੈਂ ਬਹੁਤ ਵਾਰ ਆਪਦੇ ਇੰਟਰਵਿਊਜ਼ 'ਚ ਇਹ ਗੱਲ ਕਹੀ ਆ ਵੀ ਕੈਨੇਡਾ ਵੀ 3 ਤੋਂ 4 ਲੱਖ ਜਿਹੜੇ ਬੱਚੇ ਦਾ ਖਰਚਾ ਹੁੰਦਾ ਉਹਦੇ ਤੋਂ 15-15 ਲੱਖ ਲਿਆ ਜਾਂਦਾ ਹੈ। ਉਹੀ ਚੀਜ਼ ਅੱਜ UK 'ਚ ਚੱਲਦੀ ਪਈ। UK ਦੀ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ। UK 'ਚ ਰਿਕੁਆਇਰਮੈਂਟ ਕੀ ਹੈ? UK ਦੀ ਮੰਨ ਲਓ ਅਸੀਂ ਇੱਕ ਸਮੈਸਟਰ ਦੀ ਫੀਸ ਭਰਨੀ ਹੈ, ਉਹ 5 ਤੋਂ 6,000 ਪਾਉਂਡ ਹੈ। ਇੱਕ ਬੱਚੇ ਦਾ ਮੈਡੀਕਲ ਇੰਸ਼ੋਰੈਂਸ ਹੋਣਾ ਹੈ, ਇੱਕ ਬੱਚੇ ਦੀ ਅੰਬੈਸੀ ਫੀਸ ਲੱਗਣੀ ਹੈ, ਰਾਈਟ। ਮੰਨ ਲਓ 6 ਲੱਖ ਅਸੀਂ ਫੀਸ ਭਰਦੇ, ਸਪੋਜ਼ ਕਰਦੇ ਹਾਂ 6 ਲੱਖ ਫੀਸ ਭਰਦੇ ਹਾਂ, ਕੋਈ 5,90,000 80-90,000 ਰੁਪਇਆ ਫੀਸ ਬਣਦੀ ਆ।
32,000 ਰੁਪਏ ਦੀ ਅੰਬੈਸੀ ਫੀਸ ਬਣਦੀ ਹੈ, 60 ਤੋਂ 65,000 ਰੁਪਏ ਆਉਂਦਾ ਮੈਡੀਕਲ ਇੰਸ਼ੋਰੈਂਸ ਦਾ ਲੱਗਦਾ ਹੈ। ਇਸ ਤੋਂ ਇਲਾਵਾ ਕੋਈ ਬੱਚੇ ਦਾ ਖਰਚਾ ਹੀ ਹੈ ਨਹੀਂ, ਤੇ ਸਾਰਾ ਮਿਲਾ ਕੇ 7 ਤੋਂ 7.5 ਲੱਖ ਰੁਪਇਆ ਬਣਦਾ, ਤੇ ਬੱਚੇ ਤੋਂ 15 ਲੱਖ ਚਾਰਜ ਕਰੀ ਜਾਂਦੇ ਆ। ਈਵਨ ਕਈ ਯੂਨੀਵਰਸਿਟੀਜ਼ ਨੇ ਜਿਹੜੀਆਂ 2,000 ਜਾਂ 3,000 ਪਾਉਂਡ ਫੀਸ ਭਰਾ ਕੇ ਵੀ ਕਾਸਟ ਲੈਟਰ ਇਸ਼ੂ ਕਰਦੀਆਂ ਪਈਆਂ ਆ। ਉਸ ਅਵਜ ਵਿੱਚ ਵੀ ਬੱਚੇ ਦੀ 3,000 ਪਾਉਂਡ ਫੀਸ ਭਰ ਕੇ ਵੀ ਉਹਦੇ ਤੋਂ 15 ਲੱਖ ਲਿਆ ਜਾਂਦਾ ਆ। ਵੀਜ਼ਾ ਆਉਣਾ ਬੱਚੇ ਦੇ ਪ੍ਰੋਫਾਈਲ ਤੇ ਆ। ਵੀਜ਼ੇ ਅੰਬੈਸੀ 'ਚ ਕਿਸੇ ਵੀ ਕੰਸਲਟੈਂਟ ਮੇਰੇ ਭਰਾ ਦੀ ਕਿਸੇ ਦੀ ਵੀ ਸੈਟਿੰਗ ਨਹੀਂ ਹੈਗੀ। ਐਡ ਦੀ ਤੁਸੀਂ ਗੱਲ ਕੀਤੀ, ਐਡ ਤਾਂ ਤੁਸੀਂ ਵੀ ਬਹੁਤ ਕਰਦੇ ਹੋ, ਪੂਰਾ ਲੁਧਿਆਣਾ ਤੁਸੀਂ ਬੋਰਡਸ ਨਾਲ ਭਰਿਆ ਪਿਆ। ਦੇਖੋ, ਅੱਜ ਦੇ ਡਿਜੀਟਲ ਜ਼ਮਾਨੇ ਦੇ ਵਿੱਚ ਲੋਕਾਂ ਤੱਕ ਪਹੁੰਚ ਕਰਨ ਵਾਸਤੇ ਕਿਸੇ ਵੀ ਵਪਾਰ ਇੱਕ ਐਡਵਰਟੀਜ਼ਮੈਂਟ ਦੀ ਲੋੜ ਆ। ਅਸੀਂ ਕੋਈ ਵੱਖਰੀ ਨਹੀਂ ਕੀਤੀ। ਜੋ ਦੁਨੀਆ ਜਹਾਨ 'ਚ ਕਿਸੇ ਦਾ ਵੀ ਬਿਜ਼ਨਸ ਆ, ਕਿਸੇ ਨੇ ਆਪਦੇ ਕਲਾਇੰਟ ਤੱਕ ਅਪਰੋਚ ਕਰਨੀ, ਉਹਨੂੰ ਐਡਵਰਟੀਜ਼ਮੈਂਟ ਤਾਂ ਕਰਨੀ ਪਏਗੀ, ਉਹਨੂੰ ਦੱਸਣਾ ਪਏਗਾ ਵੀ ਹਾਂ ਅਸੀਂ ਐਗਜ਼ਿਸਟ ਕਰਦੇ ਹਾਂ। ਤੁਹਾਡੇ ਚਾਰजेस ਕਿੰਨੇ ਕੁ ਨੇ? ਅਸੀਂ ਆਫਟਰ ਵੀਜ਼ਾ ਲੈਂਦੇ ਹਾਂ 50,000। 50,000 ਕੁਝ ਜ਼ਿਆਦਾ ਹੀ ਨਹੀਂ? ਕਈ ਕੰਸਲਟੈਂਟ ਤਾਂ ਫੀਸ ਹੀ ਨਹੀਂ ਲੈਂਦੇ। ਦੇਖੋ, ਆਡੀ ਤੇ ਮਾਰੂਤੀ 'ਚ ਫਰਕ ਹੁੰਦਾ। ਇੱਕ ਐਗਜ਼ਾਮਪਲ ਦੇਣਾ ਤੁਹਾਨੂੰ। ਇੱਕ ਮੰਨ ਲਓ ਇੱਕ ਨਵਾਂ ਵਕੀਲ ਆ, ਉਹੀ ਕੇਸ ਉਹੀ ਕਾਨੂੰਨ ਦੇ ਹਿਸਾਬ ਨਾਲ ਉਹਨੇ 2,000 'ਚ ਲੜਨਾ ਹੈ, ਇੱਕ ਨੇ 2 ਲੱਖ 'ਚ ਲੜਨਾ ਹੈ। ਉਹਦਾ ਕਾਰਨ 2 ਕਾਰਨ ਨੇ, ਇੱਕ ਰਿਜ਼ਲਟ ਤੇ ਇੱਕ ਤਜਰਬਾ। 2 ਚੀਜ਼ਾਂ ਆ। ਤੁਸੀਂ ਸਾਡੇ ਰਿਜ਼ਲਟ ਵੇਖ ਲਓ, 10-10 ਸਾਲ ਦੇ ਗੈਪ ਦੇ ਨਾਲ ਲੋਕ ਕਹਿੰਦੇ ਵੀ ਯੂਕੇ ਰੀਸੈਂਟ ਪਾਸਆਊਟ ਬੱਚਾ ਚਾਹੀਦਾ। 10-10 ਸਾਲ ਦੇ ਗੈਪ ਦੇ ਨਾਲ ਯੂਕੇ 'ਚ ਵੀਜ਼ਾ ਦਿਲਵਾਏ ਆ, ਕੈਨੇਡਾ ਵੀਜ਼ਾ ਦਿਲਵਾਇਆ। 32-32 35-35 ਸਾਲ ਦੀ ਉਮਰ 'ਚ ਸਟੂਡੈਂਟਸ ਨੂੰ ਸਟੂਡੈਂਟ ਵੀਜ਼ਾ ਤੇ ਅਸੀਂ ਕੈਨੇਡਾ ਯੂਕੇ ਅਸੀਂ ਭੇਜ ਰਹੇ ਹਾਂ। ਸੋ ਜੋ ਆਪਦੀ ਮਿਹਨਤ ਹੈ ਉਹ ਤਾਂ ਅਸੀਂ ਚਾਰਜ ਕਰਾਂਗੇ ਨਾ ਜੀ। ਤੇ ਇੱਕ ਕਾਰਨ ਕੀ ਹੈ? ਤੁਸੀਂ ਕਿਹਾ ਰੁਝਾਨ ਵਧਿਆ, ਉਹਦੇ ਪਿੱਛੇ ਮੇਨ ਕਾਰਨ ਕੀ ਹੈ? ਮੈਂ ਜੋ ਆਪਾਂ ਪੰਜਾਬੀ ਆ, ਪੰਜਾਬ 'ਚ ਰਹਿੰਦੇ ਹਾਂ, ਸੋ ਮੈਨੂੰ ਮੇਨ ਮੁੱਦਾ ਇਹ ਲੱਗਦਾ ਵੀ ਇੱਕ ਵਿਪਤਾ ਆਈ ਸਾਰੇ ਸੰਸਾਰ ਤੇ, ਪੂਰੇ ਵਰਲਡ ਤੇ। ਕੋਵਿਡ-19 ਇੱਕ ਵਿਪਤਾ ਆਈ। ਮਾਰਚ 'ਚ ਲੋਕਡਾਊਨ ਲੱਗ ਗਿਆ। ਕੈਨੇਡਾ ਵਰਗੀਆਂ ਕੰਟਰੀਆਂ ਨੇ $2,000 $2,000 ਸਟੂਡੈਂਟਸ ਨੂੰ ਦਿੱਤਾ ਵੀ ਉਹ ਘਰ ਬੈਠੇ ਆ, ਤੇ ਇੱਥੇ ਕੁਝ ਕਾਲੇ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਸਿਰ ਤੇ ਮੜੇ ਗਏ ਹਿੰਦੁਸਤਾਨ 'ਚ। ਤੋਂ ਇੱਥੋਂ ਦਾ ਜਿਹੜਾ ਯੂਥ ਆ ਉਹ ਤਾਂ ਨਿਰਾਸ਼ ਹੋਊਗਾ ਨਾ। ਜਿੱਥੇ ਕਰੋਨਾ ਕਾਲ 'ਚ ਕਿੱਥੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ ਸਰਕਾਰ ਨੂੰ, ਕਿੱਥੇ ਉਹਨਾਂ ਦੇ ਰੁਜ਼ਗਾਰ ਖੋਹਣ ਦੀ ਅੱਜ ਕੋਸ਼ਿਸ਼ ਹੋ ਰਹੀ ਹੈ। ਸੋ ਇਸ ਕਰਕੇ ਯੂਥ ਅਨੋਇਡ ਆ। ਯੂਥ ਇਸ ਕੰਟਰੀ ਦੇ ਵਿੱਚ, ਪੰਜਾਬ 'ਚ ਤਾਂ ਹੀ ਨਹੀਂ ਰਹਿਣਾ ਚਾਹੁੰਦਾ, ਤਾਂ ਹੀ ਯੂਥ ਦਾ ਰੁਝਾਨ ਜਿਹੜਾ ਉਹ ਬਾਹਰ ਵੱਲ ਹੁਣ ਜ਼ਿਆਦਾ ਵਧਿਆ ਆ। ਇੱਕ ਹੋਰ ਗੱਲ ਦੱਸੋ, ਜਿਨ੍ਹਾਂ ਦੀ AIPs ਹੁਣ ਆ ਚੁੱਕੀਆਂ ਆਈਆਂ। ਪਹਿਲਾਂ ਤਾਂ ਕਿਹਾ ਗਿਆ ਸੀ ਸਤੰਬਰ ਹੀ ਤੁਹਾਡੀਆਂ AIPs ਆ ਗਈਆਂ, ਮਤਲਬ ਤੁਹਾਡਾ ਵੀਜ਼ਾ ਲੱਗ ਗਿਆ। ਕਈ ਕੇਸਿਸ ਇੱਦਾਂ ਦੇ ਵੀ ਆਉਣ ਲੱਗ ਗਏ ਵੀ ਉਹਨਾਂ ਦੀ ਵੀ ਰਿਫਿਊਜ਼ਲ ਆਉਣੀ ਸ਼ੁਰੂ ਹੋ ਗਈ। AIP ਆਈ ਹੋਈ ਪਰ ਜਿਹੜਾ ਵੀਜ਼ਾ ਸੀਗਾ ਉਹਦੇ 'ਤੇ ਰਿਫਿਊਜ਼ਲ ਆਉਣੀ ਸ਼ੁਰੂ ਹੋ ਗਈ। ਤੇ ਹੁਣ ਬੱਚਾ ਕਦੋਂ ਬਾਹਰ ਜਾਏਗਾ? ਜਿਹੜਾ ਸਤੰਬਰ 'ਚ ਲਵਾ ਕੇ ਬੈਠਾ, ਉਹਨੂੰ ਤਾਂ ਆਸ ਸੀ ਕਿ ਮੈਂ ਤਾਂ ਜੀ ਦਸੰਬਰ 'ਤੇ ਜਾ ਚੜ੍ਹ ਜਾਣਾ, ਜਨਵਰੀ ਉੱਥੇ ਪਹੁੰਚ ਜਾਣਾ, ਨਵਾਂ ਸਾਲ ਉੱਥੇ ਮਨਾਵਾਂਗਾ। ਹੁਣ ਉਹਨੇ ਕਦੋਂ ਜਾਣਾ? VFS ਤਾਂ ਹਜੇ ਤੱਕ ਨਹੀਂ ਖੁੱਲ੍ਹੇ। ਦੇਖੋ, ਪਾਸਪੋਰਟ ਰਿਕੁਐਸਟ ਜਿਹੜੀ ਹੈ ਉਹ ਬੱਚਿਆਂ ਦੀ ਆਉਣੀ ਸ਼ੁਰੂ ਹੋ ਗਈ ਹੈ। ਜਦੋਂ ਉਹਨਾਂ ਨੇ AIP ਵਾਲਾ ਪ੍ਰੋਸੀਜਰ ਸ਼ੁਰੂ ਕੀਤਾ ਸੀ, ਟਿਲ 15 ਸਤੰਬਰ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ। ਜਿਹੜੇ ਅਪਲਾਈ ਕਰਦੇ ਉਹਨਾਂ ਨੂੰ 2 ਸਟੈਪ ਵੀਜ਼ਾ ਮਿਲੂਗਾ। ਫਸਟ AIP ਤੇ ਸੈਕਿੰਡ ਉਹ ਟਰੈਵਲ ਕਰ ਸਕਦੇ, ਸੈਕਿੰਡ ਵੀਜ਼ਾ। ਉਦੋਂ ਵੀ ਉਹਨਾਂ ਨੇ ਕਲੀਅਰ ਕੀਤਾ ਸੀ ਵੀ ਵੀ ਕੈਨ ਰੀਵਿਊ ਯੂਰ ਫਾਈਲ। ਜਿਹੜੇ ਬੱਚੇ ਆਨਲਾਈਨ ਕਲਾਸਿਸ ਲਾਉਂਦੇ ਪਏ ਨੇ ਬਟ ਉਹ ਆਨਲਾਈਨ ਕਲਾਸਿਸ 'ਚ ਇਨਰੋਲ ਹੋ ਕੇ ਪੜ੍ਹਦੇ ਨਹੀਂ ਪਏ, ਆਪਦੀ ਉਸ ਪੜ੍ਹਾਈ ਨੂੰ ਕੰਪਲੀਟ ਨਹੀਂ ਕਰਦੇ ਪਏ, ਉਹਨਾਂ ਦੀ ਜਿਹੜੀ ਪ੍ਰੋਫਾਈਲ ਆ ਉਹ ਦੁਬਾਰਾ ਰਿਵਿਊ ਹੁੰਦੀ ਪਈ ਆ। ਤੇ ਉਦੋਂ ਵੀ ਬੜੇ ਕੰਸਲਟੈਂਟ ਨੇ ਸਿਆਣੇ, ਅਸੀਂ ਵੀ, ਜਿਨ੍ਹਾਂ ਨੇ ਸਾਰਿਆਂ ਨੇ ਰਲ ਕੇ ਬੱਚਿਆਂ ਨੂੰ ਇਹ ਗੱਲ ਉਦੋਂ ਸਮਝਾਈ ਸੀ ਵੀ ਜੇ ਤੁਸੀਂ ਆਨਲਾਈਨ ਲਈ ਇਨਰੋਲ ਹੁੰਦੇ ਪਿਓ ਤਾਂ ਉਹਨੂੰ ਪ੍ਰੋਪਰ ਆਪਦੀ ਪੜ੍ਹਾਈ ਨੂੰ ਪੂਰਾ ਕਰੋ, ਅਸਾਈਨਮੈਂਟਸ ਆਪਣੀਆਂ ਸਬਮਿਟ ਕਰੋ ਤੇ ਉਹਨੂੰ ਕਲੀਅਰ ਕਰੋ। ਜੇ ਦੁਬਾਰਾ ਰਿਵਿਊ ਹੋਈ ਤਾਂ ਤੁਹਾਨੂੰ ਰਿਫਿਊਜ਼ਲ ਦਾ ਮੂੰਹ ਵੇਖਣਾ ਪੈ ਸਕਦਾ ਆ। ਸੋ ਮੇਰੇ ਅਕੋਰਡਿੰਗ ਮੇਨ ਕਾਰਨ ਇਹ ਹੈ। ਤੇ ਅੰਤ 'ਚ ਹੁਣ ਬੱਚਿਆਂ ਨੂੰ, ਜਿਹੜੇ ਸਟੂਡੈਂਟਸ ਨੇ, ਉਹਨਾਂ ਨੂੰ ਮੈਸੇਜ ਦਿਓ, ਕੈਨੇਡਾ UK ਸਾਰਾ ਬਾਰੇ ਇੱਕ ਵਾਰੀ ਕਰਕਸ ਦੱਸ ਦਿਓ ਵੀ ਉਹ ਅੱਗੋਂ ਕੀ ਸਟੈਪ ਕਰਨ, ਕਿੱਦਾਂ ਕਰਨ, ਸਾਰਾ ਕੁਝ ਇੱਕ ਵਾਰੀ ਹੁਣ ਐਂਡ ਤੇ ਕਰਕਸ ਦੱਸ। ਜੋ ਸਾਰੇ ਸਟੂਡੈਂਟਸ ਨੂੰ ਮੇਰੀ ਇੱਕ ਰਿਕਵੈਸਟ, ਜਿੰਨੇ ਜਾਣਾ ਉਹ ਐਟਲੀਸਟ 12th ਪਾਸ ਤਾਂ ਹੈਗਾ ਆ, ਜਿਹਨੇ ਸਟੂਡੈਂਟ ਵੀਜ਼ਾ ਤੇ ਜਾਣਾ। ਅੱਜ ਕੱਲ੍ਹ ਦੀ ਜਨਰੇਸ਼ਨ ਮੈਂ ਸਮਝਦਾ ਵੀ ਬਹੁਤ ਜ਼ਿਆਦਾ ਇੰਟੈਲੀਜੈਂਟ ਤੇ ਸਮਾਰਟ ਆ। ਸੋ ਆਪਣੀ ਸਮਾਰਟਨੈਸ ਵਰਤੋ, ਆਪਣੇ ਮਾਂ-ਬਾਪ ਦਾ ਪੈਸਾ ਖਰਾਬ ਨਾ ਕਰੋ ਪੈਕੇਜਿਸ ਦੇ ਚੱਕਰਾਂ ਦੇ ਵਿੱਚ। ਮੰਨ ਲਓ ਤੁਹਾਨੂੰ ਇੱਕ ਆਫਰ ਲੈਟਰ ਆਉਂਦੀ, ਉੱਥੇ ਤੁਹਾਨੂੰ ਪਤਾ ਲੱਗਦਾ ਵੀ ਤੁਹਾਡਾ ਕੋਰਸ ਰੈਲੇਵੈਂਟ ਹੈਗਾ ਜਾਂ ਨਹੀਂ ਹੈਗਾ। ਜੇ ਤੁਸੀਂ ਪੈਕੇਜ ਲੈਂਦੇ ਹੋ, ਤੁਹਾਨੂੰ ਆਫਰ ਲੈਟਰ ਨਹੀਂ ਵਿਖਾਈ ਜਾਂਦੀ, ਤੁਹਾਨੂੰ ਕੋਰਸ ਚੁਆਇਸ ਕਰਨ ਦਾ ਮੌਕਾ ਨਹੀਂ ਦਿੱਤਾ ਜਾਂਦਾ, ਤੁਹਾਨੂੰ
ਕਿਸੇ ਤਰ੍ਹਾਂ ਦੇ ਵੀ ਆਪਦੀ ਪ੍ਰੋਫਾਈਲ ਬਾਰੇ ਨਹੀਂ ਪਤਾ, ਇੱਕ ਮੰਨ ਲਓ ਜੇ ਤੁਹਾਡਾ ਵੀਜ਼ਾ, ਜੇ ਤੁਹਾਡਾ ਵੀਜ਼ਾ ਤੁਹਾਡੇ ਹੱਥ ਫੜਾ ਦਿੱਤਾ ਜਾਂਦਾ, ਉਹਦੇ 'ਚ ਮੈਟਰ ਨਹੀਂ ਕਰਦਾ ਵੀ ਕਿਹੜੀ ਯੂਨੀਵਰਸਿਟੀ, ਕਿਹੜਾ ਕਾਲਜ ਆ। ਜੇ ਤੁਸੀਂ ਸਟੂਡੈਂਟ ਵੀਜ਼ਾ 'ਤੇ ਚੱਲੇ ਹੋ, ਸਟੱਡੀ ਇੱਕ ਬਹੁਤ ਜ਼ਰੂਰੀ ਚੀਜ਼ ਆ। ਜੇ ਉੱਥੇ ਸੈਟਲ ਹੋਣ ਲਈ, ਮੰਨ ਲਓ ਜੇ ਉੱਥੇ ਤੁਸੀਂ ਚੰਗੀ ਯੂਨੀਵਰਸਿਟੀ, ਚੰਗੇ ਕਾਲਜ 'ਚ ਪੜ੍ਹੇ ਆ ਤੇ ਤਾਂ ਹੀ ਤੁਹਾਨੂੰ ਚੰਗੀ ਜੌਬ ਮਿਲੂਗੀ, ਨਹੀਂ ਤਾਂ ਤੁਹਾਨੂੰ ਚੰਗੀ ਜੌਬ, ਵਾਈਟ ਕਾਲਰ ਜੌਬ ਨਹੀਂ ਮਿਲਣੀ। ਸੋ ਹਮੇਸ਼ਾ ਆਪਣੀ ਜਿਹੜੀ ਟਿਊਸ਼ਨ ਫੀਸ ਆ ਕਾਲਜ ਦੀ, ਯੂਨੀਵਰਸਿਟੀ ਦੀ, ਉਸ ਡਾਇਰੈਕਟ ਯੂਨੀਵਰਸਿਟੀ ਨੂੰ ਭਰੋ। ਮੰਨ ਲਓ ਤੁਸੀਂ ਕੈਨੇਡਾ ਜਾਂਦੇ ਹੋ ਤੇ ਆਪਣਾ GIC ਆਪਣੇ ਖਾਤੇ 'ਚੋਂ ਭਰੋ, ਆਪਣੀ ਅੰਬੈਸੀ ਫੀਸ ਆਪਣੇ ਕਾਰਡ ਤੋਂ ਭਰੋ। ਹਰ ਜਿਹੜਾ ਪ੍ਰੋਸੈਸ ਆ ਉਹ ਇੰਟਰਨੈਟ 'ਤੇ ਅਵੇਲੇਬਲ ਆ। ਤੁਹਾਡੇ ਆਪਣੇ ਏਜੰਟ ਦੇ ਖਾਤੇ ਦੇ ਵਿੱਚ ਟਿਊਸ਼ਨ ਫੀਸ ਦੇ ਨਾਮ ਤੇ, GIC ਦੇ ਨਾਮ ਤੇ, ਅੰਬੈਸੀ ਫੀਸ ਦੇ ਨਾਮ ਤੇ ਜਾਂ ਕਿਸੇ ਵੀ ਤਰ੍ਹਾਂ ਦੇ ਚਾਰजेस ਦੇ ਨਾਮ ਤੇ ਤੁਸੀਂ ਪੈਸਾ ਨਾ ਭਰੋ। ਆਪਦੇ ਕੰਸਲਟੈਂਟ ਨੂੰ ਕਹੋ ਵੀ ਤੇਰੇ ਪੈਸੇ ਜੇ ਸਾਡਾ ਵੀਜ਼ਾ ਲੱਗਾ ਤੇ ਅਸੀਂ ਉਸ ਤੋਂ ਬਾਅਦ ਦੇਵਾਂਗੇ। ਪੈਕੇਜ ਦਾ ਮਤਲਬ ਇਹੀ ਆ, ਪੈਕੇਜ ਦਾ ਮਤਲਬ ਇਹ ਆਪਦੀ ਮਿਹਨਤ ਤੁਹਾਡੇ ਕੋਲੋਂ ਵੀਜ਼ਾ ਲੱਗਣ ਤੋਂ ਬਾਅਦ ਕੰਸਲਟੈਂਟ ਲਊਗਾ। ਵੀਜ਼ਾ ਲੱਗਣ ਤੋਂ ਬਾਅਦ ਕਿੰਨੀ ਦੇਰ ਬਾਅਦ ਕੰਸਲਟੈਂਟ ਜਿਹੜਾ ਤੁਹਾਡੇ ਤੋਂ 5 ਤੋਂ 7 ਲੱਖ ਰੁਪਇਆ ਪੈਕੇਜ ਦੇ ਨਾਮ ਤੇ ਐਕਸਟਰਾ ਲੈ ਰਿਹਾ ਆ, ਉਹ ਕਿੰਨੀ ਦੇਰ ਬਾਅਦ ਲੈ ਰਿਹਾ? ਸਿਰਫ 15 ਤੋਂ 20 ਦਿਨ ਦੇ ਬਾਅਦ ਤੁਹਾਡੀ ਫੀਸ ਭਰਦਾ ਆ, ਤੁਹਾਡਾ ਵੀਜ਼ਾ ਅਪਲਾਈ ਕਰਦੇ ਆ, ਤੁਹਾਡਾ ਵੀਜ਼ਾ ਆ ਜਾਂਦਾ। ਵਿਦਿਨ 15 ਡੇਜ਼ ਤੁਹਾਨੂੰ ਇੱਕ 7 ਲੱਖ ਵਾਲੀ ਚੀਜ਼ ਦਾ 15 ਲੱਖ ਦੇਣਾ ਪੈਂਦਾ ਆ। ਮੈਂ 100% ਵੀਜ਼ੇ ਦੀ ਗਰੰਟੀ ਨਹੀਂ ਲੈਂਦਾ, ਕਿਉਂਕਿ 100% ਵੀਜ਼ੇ ਦੀ ਗਰੰਟੀ ਕੋਈ ਨਹੀਂ ਲੈ ਸਕਦਾ। ਜਿਹੜਾ ਵੀ ਲੈਂਦਾ ਉਹ ਤੁਹਾਨੂੰ ਗੁੰਮਰਾਹ ਕਰਦਾ ਆ। ਮੰਨ ਲਓ ਤੁਸੀਂ ਕਾਲਜ ਫੀਸ ਭਰੀ, ਤੁਸੀਂ GIC ਫੀਸ ਭਰੀ, ਉਹ ਤੁਹਾਡੇ ਅਕਾਊਂਟ 'ਚੋਂ ਗਈ ਤੇ ਤੁਹਾਡੇ ਅਕਾਊਂਟ 'ਚ ਹੀ ਵਾਪਸ ਹੋਣੀ ਹੈ। ਤੁਹਾਡਾ ਕੋਈ ਨੁਕਸਾਨ ਨਹੀਂ ਹੈਗਾ। ਜੇ ਮੰਨ ਲਓ ਪ੍ਰਮਾਤਮਾ ਨਾ ਕਰੇ ਤੁਹਾਡਾ ਵੀਜ਼ਾ ਨਹੀਂ ਆਉਂਦਾ, ਜੇ ਤੁਹਾਡਾ ਵੀਜ਼ਾ ਆਉਂਦਾ ਆ ਤਾਂ ਤੁਹਾਡਾ ਸਮਾਂ 7 ਲੱਖ ਦਾ ਨੁਕਸਾਨ ਆ। ਸੋ ਤੁਹਾਨੂੰ ਸਾਰਿਆਂ ਨੂੰ ਸੁਜੈਸ਼ਨ ਮੇਰੀ ਇਹ ਆ, ਥੋੜ੍ਹੀ ਆਪਣੀ ਜਿਹੜੀ ਸਮਾਰਟਨੈਸ ਆ, ਥੋੜ੍ਹੀ ਇੰਟੈਲੀਜੈਂਸ ਆ, ਥੋੜ੍ਹਾ ਵਰਤੋ, ਥੋੜ੍ਹਾ ਗੂਗਲ ਦਾ ਸਹਾਰਾ ਵੀ ਲਓ। ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਡਾਊਟ ਆ, ਤੁਸੀਂ ਫਲਾਇਰਟ ਵੀਜ਼ਾ ਕੰਸਲਟੈਂਟ ਦੀ ਕਿਸੇ ਵੀ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ। ਅਸੀਂ ਤੁਹਾਨੂੰ ਹਰ ਚੀਜ਼ ਐਕਸਪਲੇਨ ਕਰਾਂਗੇ। ਜੇ ਵੀਜ਼ਾ ਅਪਲਾਈ ਕਰਨ ਦੇ ਕੋਈ ਪੈਸੇ ਨਹੀਂ, ਸੋ ਕਾਉਂਸਲਿੰਗ ਦੇ ਵੀ ਕੋਈ ਪੈਸੇ ਨਹੀਂ ਗੇ। ਫ੍ਰੀ ਆਫ ਕੋਸਟ ਅਸੀਂ ਤੁਹਾਨੂੰ ਹਰ ਚੀਜ਼ ਦੇ ਹਰ ਪਹਿਲੂ 'ਤੇ ਤੁਹਾਡੀ ਅਸੀਂ ਕਾਉਂਸਲਿੰਗ ਕਰਾਂਗੇ। ਵੈਸੇ ਤਾਂ ਮੈਂ ਅੰਤ ਕਰ ਦਿੱਤਾ ਸੀ, ਪਰ ਤੁਹਾਡੀ ਗੱਲਾਂ 'ਚੋਂ ਇੱਕ ਸਵਾਲ ਨਿਕਲ ਆਇਆ। ਰਿਫਿਊਜ਼ਲ ਰੇਟ ਕਹਿ ਰਿਹਾ 90% ਪਹੁੰਚ ਗਈ ਹੁਣ। ਦੇਖੋ ਪਰਸੈਂਟੇਜ ਚਾਹੁੰਦੇ ਨੇ, ਅਸੀਂ ਇੰਟਰੈਕਸ਼ਨ ਕਲਾਇੰਟ ਨਾਲ ਜਦੋਂ ਲਾਈਵ ਵੀ ਕਰਦੇ ਹਾਂ ਜਾਂ ਵੈਬੀਨਾਰ ਵੀ ਕਰਦੇ ਹਾਂ, ਉਦੋਂ ਵੀ ਕਲਾਇੰਟਸ ਦਾ ਇੱਕ ਸਵਾਲ ਹੁੰਦਾ ਵੀ ਕਿੰਨੇ % ਸਕਸੈਸ ਰੇਟ ਹੈਗੀ ਹੈ ਜਾਂ ਕਿੰਨੇ % ਉਮੀਦ ਹੈ ਵੀਜ਼ਾ ਆਉਣ ਦੀ। ਕਦੀ ਵੀ ਇਹਨੂੰ ਅਸੀਂ ਪਰਸੈਂਟੇਜ ਨਾਲ ਕੰਪੇਅਰ ਨਹੀਂ ਕਰ ਸਕਦੇ ਇਸ ਚੀਜ਼ ਨੂੰ। ਕੈਨੇਡਾ ਇੱਕ ਅਜਿਹੀ ਕੰਟਰੀ ਹੈ ਜਿਹੜੀ ਇੱਕ ਪ੍ਰੋਫਾਈਲ 'ਤੇ ਸਿਮਿਲਰ 'ਤੇ ਵੀਜ਼ਾ ਦਿੰਦੀ ਆ, ਸਿਮਿਲਰ 'ਤੇ ਰਿਫਿਊਜ਼ਲ ਦਿੰਦੀ ਆ, 3 ਰਿਫਿਊਜ਼ਲ ਤੋਂ ਬਾਅਦ ਸੇਮ ਪ੍ਰੋਫਾਈਲ 'ਤੇ ਚੌਥੀ ਵਾਰ ਅਪਰੂਵਲ ਦੇ ਦਿੰਦੀ ਆ। ਸੋ ਉਹਦੇ 'ਚ ਤੁਸੀਂ ਕੀ ਐਨਾਲਾਈਜ਼ ਕਰੀ ਜਾਓਗੇ? ਅੱਜ ਕੋਈ ਮਰਜ਼ੀ ਇਹ ਗੱਲ ਕਹੀ ਜਾਵੇ, ਨਹੀਂ ਮੈਂ ਥੋੜ੍ਹੀ ਜਿਹੀ ਟੈਕਨੀਕਲ ਚੀਜ਼ ਉਹਦੇ ਚੇਂਜ ਕੀਤੀ, ਮੈਂ ਫਲਾਣੀ ਚੇਂਜ ਕੀਤੀ ਤਾਂ ਉਹਦਾ ਵੀਜ਼ਾ ਆ ਗਿਆ। ਬਟ ਦਾ ਥਿੰਗ ਇਜ਼ ਦੈਟ ਇੱਕ ਪ੍ਰੋਫਾਈਲ ਮੰਨ ਲਓ ਤੁਸੀਂ ਦੱਸਤਾ ਵੀ ਮੈਂ +2 2019 'ਚ ਕੀਤੀ ਹੈ, 10th ਮੈਂ 2017 'ਚ ਕੀਤੀ ਹੈ, ਇੰਨੇ ਮੇਰੇ ਬੈਂਡ ਨੇ, ਆਹ ਮੈਂ ਵੀਜ਼ਾ ਅਪਲਾਈ ਕਰਨਾ, ਆਹ ਮੇਰੇ ਮਾਂ-ਬਾਪ ਦੀ ਇਨਕਮ ਆਫ ਸੋਰਸ ਹੈ, ਆਹ ਸਾਡੇ ਕੋਲੇ ਫੰਡਸ ਨੇ। ਕੀ ਜਦੋਂ ਤੁਸੀਂ ਦੁਬਾਰਾ ਰੀਅਪਲਾਈ ਕਰਦੇ ਹੋ ਉਹ ਚੀਜ਼ਾਂ 'ਚ ਤੁਸੀਂ ਫ਼ਰਕ ਪਾ ਸਕਦੇ ਹੋ? ਤੁਸੀਂ ਆਪਦੀ ਪ੍ਰੋਫਾਈਲ ਚੇਂਜ ਨਹੀਂ ਕਰ ਸਕਦੇ। ਸੋ ਪਰਸੈਂਟੇਜ ਨਾਲ ਇਸ ਚੀਜ਼ ਨੂੰ ਕੰਪੇਅਰ ਕਰਨਾ ਇਟਸ ਨਾਟ ਗੁੱਡ ਥਿੰਗ ਮੇਰੇ ਮੰਨਣ ਨਾਲ। ਧੰਨਵਾਦ ਜੀ ਤੁਹਾਡਾ। ਥੈਂਕ ਯੂ ਸੋ ਮਚ ਜੀ। ਸੋ ਇਹ ਸਨ ਸਾਡੇ ਨਾਲ ਇਮੀਗ੍ਰੇਸ਼ਨ ਐਕਸਪਰਟ ਮਨਦੀਰ ਬਜਾਜ ਫਲਾਈਰਾਈਟ ਤੋਂ। ਇਹਨਾਂ ਨਾਲ ਗੱਲਬਾਤ ਕਰਕੇ ਹਟੇ ਹਾਂ ਤੇ ਇਹਨਾਂ ਦਾ ਕਹਿਣਾ ਹੈ ਵੀ ਹੁਣ ਪੰਜਾਬੀ ਨੌਜਵਾਨ ਦਾ ਰੁਝਾਨ ਇੱਕ ਵਾਰੀ ਫੇਰ ਕੈਨੇਡਾ ਅਤੇ UK ਵੱਲ ਜਾਣ ਦਾ ਹੋ ਗਿਆ ਹੈ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ ਟਾਈਮਸ ਦੇ ਨਾਲ। ਕੈਮਰਾਮੈਨ ਸਤਵੰਤ ਮਥਾੜੂ ਦੇ ਨਾਲ ਕੁਵਰਜੋਤ ਸਿੰਘ ਦੀ ਰਿਪੋਰਟ।